सत श्री अकाल जी सारिਆਂ ਨੂੰ। आओ ਆਪਾਂ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ। ਸਵੇਰੇ ਜਦ ਦੁਖੀ ਰਾਮ ਤੇ ਸ਼ਦਾਮ ਹੱਥ 'ਚ ਦਾਤੀ ਫੜ ਮਜ਼ਦੂਰੀ ਕਰਨ ਨਿਕਲੇ ਸਨ ਤਦ ਦੋਵਾਂ ਦੀਆਂ ਪਤਨੀਆਂ ਮੇਰੋਂ ਮਿਹਣੀ ਹੋਈਆਂ ਪਈਆਂ ਸਨ। ਸ਼ਾਮੀ ਜਦ ਦੋਵੇਂ ਭਾਈ ਥੱਕੇ ਹੋਏ ਮੁੜੇ ਤਾਂ ਉਹਨਾਂ ਦੇਖਿਆ ਕਿ ਵਿਹੜਾ ਭਾਂ-ਭਾਂ ਕਰ ਰਿਹਾ ਹੈ। ਦੁਖੀ ਰਾਮ ਤੇ ਸ਼ਦਾਮ ਨੂੰ ਉਸ ਦਿਨ ਜ਼ਿਮੀਦਾਰ ਦੇ ਸਿਪਾਹੀ ਧੱਕੇ ਨਾਲ ਫੜ ਕੇ ਲੈ ਗਏ ਸਨ। ਜ਼ਮੀਂਦਾਰ ਦੀ ਕਚਹਿਰੀ ਦਾ ਛੱਪੜ ਚੋ ਰਿਹਾ ਸੀ। ਦੋਵੇਂ ਸਾਰਾ ਦਿਨ ਉਸ ਦੀ ਮੁਰੰਮਤ ਵਿੱਚ ਹੀ ਲੱਗੇ ਰਹੇ। ਨਾ ਕੁਝ ਖਾਣ ਨੂੰ ਮਿਲਿਆ ਤੇ ਨਾ ਦਿਹਾੜੀ। ਘਰ ਦੇ ਕੋਲ ਗਲੀ ਦੇ ਚਿੱਕੜ ਨੂੰ ਪਾਰ ਕਰਦਿਆਂ ਦੋਵਾਂ ਨੇ ਦੇਖਿਆ ਕਿ ਦਰਾਣੀ ਚੰਦਰੀ ਜ਼ਮੀਨ 'ਤੇ ਮੈਲਾ ਜਿਹਾ ਕੱਪੜਾ ਵਿਛਾ ਕੇ ਲਿਟੀ ਪਈ ਸੀ ਅਤੇ ਜਠਾਣੀ ਵਿਹੜੇ ਵਿੱਚ ਮੂੰਹ ਫੈਲਾਈ ਬੈਠੀ ਸੀ। ਭੁੱਖ ਨਾਲ ਜਿਵੇਂ ਦੁਖੀ ਦੀ ਜਾਨ ਨਿਕਲ ਰਹੀ ਸੀ। ਆਉਂਦਿਆਂ ਹੀ ਚੀਕਿਆ, ਚੌਲ ਪਾ ਕੇ ਦੇ। ਬਾਰੂਦ ਦੀ ਬੋਰੀ ਵਿੱਚ ਜਿਵੇਂ ਚੰਗਿਆੜੀ ਡਿੱਗੀ ਹੋਵੇ। ਜਠਾਣੀ ਉੱਚੀ ਆਵਾਜ਼ ਵਿੱਚ ਬੋਲੀ, ਚੌਲ ਕਿੱਥੋਂ ਲਿਆ ਕੇ ਦੇਵਾਂ ਤੈਨੂੰ? ਤੂੰ ਧਰ ਕੇ ਗਿਆ ਸੀ, ਮੈਂ ਕੀ ਕਮਾ ਕੇ ਲਿਆਉਣੀ ਆ? ਦਿਨ ਭਰ ਦੀ ਥਕਾਵਟ ਤੇ ਵੰਗਾਰ ਤੋਂ ਬਾਅਦ ਹਨੇਰੇ ਨਾਲ ਭਰਿਆ ਘਰ, ਭੁੱਖ ਦੀ ਅੱਗ 'ਚ ਤੜਫਦਾ ਢਿੱਡ, ਘਰਵਾਲੀ ਦਾ ਰੁੱਖਾ ਵਤੀਰਾ, ਪਤਨੀ ਦੀਆਂ ਗੱਲਾਂ ਉਸਦਾ ਸੀਨਾ ਚੀਰ ਗਈਆਂ। ਦੂਜੇ ਹੀ ਪਲ ਉਹਨੇ ਦਾਤੀ ਚੁੱਕੀ ਤੇ ਪਤਨੀ ਦੇ ਸਿਰ ਵਿੱਚ ਮਾਰੀ। ਰਾਧਾ ਆਪਣੀ ਦਰਾਣੀ ਕੋਲ ਜਾ ਡਿੱਗੀ। ਉਸਦੀ ਜਾਨ ਨਿਕਲਣ ਵਿੱਚ ਜਰਾ ਵੀ ਵਕਤ ਨਾ ਲੱਗਿਆ। ਪੱਟੇ ਗਏ ਵੇ ਲੋਕੋ, ਦਰਾਣੀ ਰੋਣ ਲੱਗੀ। ਉਸਦੇ ਕੱਪੜੇ ਖੂਨ ਨਾਲ ਭਿੱਜ ਗਏ। ਸ਼ਦਾਮ ਨੇ ਉਸਦਾ ਮੂੰਹ ਹੱਥਾਂ ਨਾਲ ਬੰਦ ਕਰ ਦਿੱਤਾ। ਦੁਖੀ ਰਾਮ ਨੇ ਦਾਤੀ ਵਘਾ ਮਾਰੀ, ਹੱਥਾਂ ਨਾਲ ਆਪਣਾ ਮੂੰਹ ਢੱਕ ਕੇ ਭੂੰਜੇ ਬਹਿ ਗਿਆ। ਬੱਚਾ ਉੱਠ ਗਿਆ ਤੇ ਰੋਣ ਲੱਗਾ। ਉਸੇ ਵਕਤ ਕਿਧਰੋਂ ਰਾਮ ਲੋਚਨ ਚਾਚਾ ਆ ਵੜਿਆ। ਘਰ ਦੇ ਦੀਵੇ ਬੁਝੇ ਦੇਖ ਉਹ ਬੋਲਿਆ, ਦੁਖੀ ਘਰੇ ਹੀ ਆ? ਸ਼ਦਾਮ ਤੁਰੰਤ ਉੱਠ ਕੇ ਪੰਡਤ ਜੀ ਕੋਲ ਆਇਆ ਤੇ ਬੋਲਿਆ, ਔਰਤਾਂ ਵਿੱਚ ਲੜਾਈ ਹੋਈ ਹੈ। ਸਾਰਾ ਦਿਨ ਤੂੰ ਮੈਂ ਹੁੰਦੀ ਰਹੀ। ਹੁਣ ਤੱਕ ਦੁਖੀ ਪੱਥਰ ਦੀ ਬੇਜਾਨ ਮੂਰਤ ਬਣਿਆ ਬੈਠਾ ਸੀ। ਅਚਾਨਕ ਬੱਚਿਆਂ ਵਾਂਗ ਰੋਣ ਲੱਗ ਪਿਆ। ਸ਼ਦਾਮ ਨੂੰ ਲੱਗਿਆ ਕਿ ਹੁਣ ਖੈਰ ਨਹੀਂ, ਸੋ ਉਹ ਬੋਲਿਆ। ਝਗੜਦਿਆਂ ਛੋਟੀ ਬਹੂ ਨੇ ਵੱਡੀ ਦੇ ਸਿਰ ਵਿੱਚ ਦਾਤੀ ਮਾਰੀ। ਰਾਮਲੋਚਨ ਨੇ ਕਾਹਲੀ ਵਿੱਚ ਪੁੱਛਿਆ, ਹੈਂ, ਕਿਤੇ ਮਰ ਤਾਂ ਨਹੀਂ ਗਈ? ਸ਼ਦਾਮ ਨੇ ਕਿਹਾ, ਮਰ ਗਈ, ਅਤੇ ਉਸਨੇ ਪੰਡਤ ਜੀ ਦੇ ਪੈਰ ਫੜ ਲਏ। ਰਾਮਲੋਚਨ ਨੂੰ ਭੱਜਣ ਦਾ ਰਾਸਤਾ ਨਹੀਂ ਮਿਲਿਆ। ਸੋਚਿਆ ਕਿਸ ਸੰਕਟ 'ਚ ਫਸ ਗਿਆ। ਸ਼ਦਾਮ ਨੇ ਪੈਰ ਫੜੀ ਰੱਖੇ ਤੇ ਬੋਲਿਆ, ਪੰਡਤ ਜੀ, ਆਪਣੀ ਤੀਵੀਂ ਨੂੰ ਬਚਾਉਣ ਲਈ ਕੀ ਕਰਾਂ? ਮਾਮਲਿਆਂ ਮੁਕੱਦਮਿਆਂ ਦੀ ਰਾਏ ਦੇਣ ਵਿੱਚ ਰਾਮਲੋਚਨ ਸਾਰੇ ਪਿੰਡ ਦਾ ਮੁਖੀ ਸੀ। ਉਹ ਥੋੜ੍ਹਾ ਸੋਚ ਕੇ ਬੋਲਿਆ, ਤੂੰ ਹੁਣੇ ਥਾਣੇ ਜਾ ਅਤੇ ਕਹਿ ਕਿ ਮੇਰੇ ਵੱਡੇ ਭਾਈ ਦੁਖੀ ਰਾਮ ਨੇ ਸ਼ਾਮ ਨੂੰ ਘਰ ਆ ਕੇ ਖਾਣਾ ਮੰਗਿਆ। ਖਾਣਾ ਤਿਆਰ ਨਹੀਂ ਸੀ। ਇਸ ਗੁੱਸੇ ਵਿੱਚ ਹੀ ਉਸਨੇ ਸਿਰ ਵਿੱਚ ਦਾਤੀ ਮਾਰ ਕੇ ਉਸਨੂੰ ਮਾਰ ਦਿੱਤਾ। ਸ਼ਦਾਮ ਦਾ ਗਲਾ ਸੁੱਕ ਗਿਆ। ਉਹ ਬੋਲਿਆ, ਪੰਡਤ ਜੀ, ਤੀਵੀਂ ਚਲੀ ਗਈ ਤਾਂ ਤੀਵੀਂ ਮਿਲ ਜਾਏਗੀ, ਪਰ ਭਾਈ ਨੂੰ ਫਾਂਸੀ ਹੋਣ 'ਤੇ ਭਾਈ ਤਾਂ ਵਾਪਸ ਨਹੀਂ ਮਿਲੇਗਾ। ਰਾਮਲੋਚਨ ਨੂੰ ਇਹ ਗੱਲ ਜੱਚ ਗਈ। ਉਹ ਬੋਲਿਆ, ਫਿਰ ਤਾਂ ਜੋ ਹੋਇਆ ਉਹੀ ਕਹਿ, ਸਾਰੇ ਪਾਸਿਆਂ ਤੋਂ ਬਚਾਉਣਾ ਮੁਸ਼ਕਿਲ ਹੈ। ਇਹ ਕਹਿ ਕੇ ਰਾਮਲੋਚਨ ਚਲਾ ਗਿਆ। ਪਿੰਡ ਵਿੱਚ ਰੌਲਾ ਪੈ ਗਿਆ। ਬੰਨ ਟੁੱਟਣ 'ਤੇ ਜਿਵੇਂ ਪਾਣੀ ਦਾ ਹੜ੍ਹ ਆ ਜਾਂਦਾ ਹੈ, ਦਗੜ ਦਗੜ ਕਰਦੀ ਪੁਲਿਸ ਪਿੰਡ ਵਿੱਚ ਆ ਪਹੁੰਚੀ। ਸ਼ਦਾਮ ਨੇ ਸੋਚਿਆ, ਜੋ ਰਾਏ ਬਣਾਈ ਹੈ ਉਸੇ 'ਤੇ ਚੱਲਣਾ ਪਵੇਗਾ। ਉਸਨੇ ਪੰਡਤ ਜੀ ਸਾਹਮਣੇ ਆਪਣੇ ਮੂੰਹ ਨਾਲ ਜੋ ਗੱਲ ਕਹਿ ਦਿੱਤੀ ਹੈ, ਉਹ ਗੱਲ ਸਾਰੇ ਪਿੰਡ ਵਿੱਚ ਫੈਲ ਗਈ ਹੈ। ਹੁਣ ਕੋਈ ਨਵੀਂ ਅਫਵਾਹ ਫੈਲਾਉਣ ਨਾਲ ਕੀ ਪਤਾ ਕੀ ਤੋਂ ਕੀ ਬਣ ਜਾਵੇ। ਉਸਨੇ ਆਪਣੀ ਪਤਨੀ ਚੰਦਰੀ ਨੂੰ ਕਤਲ ਦਾ ਦੋਸ਼ ਆਪਣੇ ਉੱਪਰ ਲੈਣ ਲਈ ਕਿਹਾ। ਚੰਦਰੀ 'ਤੇ ਜਿਵੇਂ ਪਹਾੜ ਆ ਡਿੱਗਿਆ ਹੋਵੇ। ਸ਼ਦਾਮ ਨੇ ਭਰੋਸਾ ਦਿੰਦਿਆਂ ਕਿਹਾ, ਜੋ ਕਹਿ ਰਿਹਾ ਹਾਂ ਉਹੀ ਕਰ, ਤੈਨੂੰ ਕੋਈ ਡਰ ਨਹੀਂ, ਅਸੀਂ ਤੈਨੂੰ ਆਪੇ ਬਚਾ ਲਵਾਂਗੇ। ਚੰਦਰੀ ਹੈਰਾਨ ਹੋਈ ਤੇ ਉਸ ਵੱਲ ਦੇਖਦੀ ਰਹਿ ਗਈ। ਉਸਦੀਆਂ ਕਾਲੀਆਂ ਅੱਖਾਂ ਬਲਦੀ ਅੱਗ ਵਾਂਗ ਖਾਮੋਸ਼ੀ ਵਿੱਚ ਪਤੀ ਨੂੰ ਜਲਾਉਣ ਲੱਗੀਆਂ। ਉਸਦਾ ਤਨ ਮਨ ਜਿਵੇਂ ਸੁੰਗੜ ਗਿਆ ਹੋਵੇ ਤੇ ਆਪਣੇ ਦਾਨਵ ਪਤੀ ਦੇ ਹੱਥਾਂ 'ਚੋਂ ਛੁੱਟਣਾ ਚਾਹੁੰਦੀ ਹੋਵੇ। ਸ਼ਦਾਮ ਨੇ ਵਿਸ਼ਵਾਸ ਦਿਵਾਇਆ, ਤੇਰੇ ਵਾਸਤੇ ਡਰ ਦੀ ਕੋਈ ਗੱਲ ਨਹੀਂ। ਇੰਨਾ ਕਹਿ ਕੇ ਉਹ ਚੰਦਰੀ ਨੂੰ ਸਮਝਾਉਣ ਲੱਗ ਪਿਆ ਕਿ ਪੁਲਿਸ ਸਾਹਮਣੇ ਕੀ ਕੀ ਕਹਿਣਾ ਹੈ। ਇਹ ਸਭ ਰਾਮਲੋਚਨ ਦੀ ਸਮਝ ਸੀ। ਪੁਲਿਸ ਨੇ ਚੰਦਰੀ ਨੂੰ ਪੁੱਛਿਆ ਤਾਂ ਉਸਨੇ ਕਿਹਾ, ਹਾਂ, ਮੈਂ ਖੂਨ ਕੀਤਾ ਹੈ। ਖੂਨ ਕਿਉਂ ਕੀਤਾ? ਉਹ ਮੈਨੂੰ ਚੰਗੀ ਨਹੀਂ ਲੱਗਦੀ ਸੀ। ਕੋਈ ਝਗੜਾ ਹੋਇਆ ਸੀ? ਨਹੀਂ। ਉਸਨੇ ਤੇਰੇ ਉੱਤੇ ਕੋਈ ਜ਼ੁਲਮ ਕੀਤਾ ਸੀ? ਨਹੀਂ।
ਇਸ ਤਰ੍ਹਾਂ ਦੇ ਜਵਾਬ ਸੁਣ ਕੇ ਸਾਰੇ ਹੈਰਾਨ ਰਹਿ ਗਏ। ਸ਼ਦਾਮ ਤਾਂ ਬਿਲਕੁਲ ਬੇਚੈਨ ਹੋ ਗਿਆ। ਉਸਨੇ ਕਿਹਾ, ਇਹ ਸਹੀ ਗੱਲ ਨਹੀਂ ਦੱਸ ਰਹੀ। ਭਾਬੀ ਨੇ ਪਹਿਲਾਂ ਥਾਣੇਦਾਰ ਨੇ ਉਸਨੂੰ ਝਿੜਕ ਕੇ ਰੋਕ ਦਿੱਤਾ। ਇਸ ਤਰ੍ਹਾਂ ਦੀ ਦਲੇਰ ਔਰਤ ਨਹੀਂ ਮਿਲਦੀ। ਪੂਰੀ ਦ੍ਰਿੜਤਾ ਨਾਲ ਉਹ ਫਾਂਸੀ ਦੇ ਤਖਤੇ ਤੇ ਚੜ੍ਹਨ ਨੂੰ ਤਿਆਰ ਸੀ। ਇਹ ਕਹੀ ਜਿੱਦ ਸੀ। ਡਿਪਟੀ ਮੈਜਿਸਟ੍ਰੇਟ ਸਾਹਮਣੇ ਵੀ ਚੰਦਰੀ ਨੇ ਆਪਣਾ ਦੋਸ਼ ਕਬੂਲ ਕਰ ਲਿਆ, ਪਰ ਉਸ ਦਿਨ ਗਵਾਹਾਂ ਦੇ ਕਟਹਿਰੇ ਵਿੱਚ ਆਉਂਦਿਆਂ ਹੀ ਸ਼ਦਾਮ ਫੁੱਟ ਪਿਆ ਤੇ ਰੋਂਦਿਆਂ ਬੋਲਿਆ, ਦੁਹਾਈ ਹੋਵੇ ਸਰਕਾਰ, ਮੇਰੀ ਘਰਵਾਲੀ ਦੀ ਕੋਈ ਗਲਤੀ ਨਹੀਂ। ਡਿਪਟੀ ਸਾਹਿਬ ਨੇ ਉਹਦੀਆਂ ਗੱਲਾਂ ਦਾ ਯਕੀਨ ਨਹੀਂ ਕੀਤਾ, ਕਿਉਂਕਿ ਮੌਕੇ ਦੇ ਗਵਾਹ ਰਾਮਲੋਚਨ ਨੇ ਕਿਹਾ, ਕਤਲ ਦੇ ਤੁਰੰਤ ਬਾਅਦ ਮੈਂ ਉੱਥੇ ਪਹੁੰਚਿਆ ਸੀ। ਗਵਾਹ ਸ਼ਦਾਮ ਨੇ ਮੇਰੇ ਸਾਹਮਣੇ ਸਭ ਕੁਝ ਮੰਨ ਕੇ ਮੇਰੇ ਪੈਰ ਫੜ ਕੇ ਕਿਹਾ ਸੀ, ਮਹਾਰਾਜ, ਹੁਣ ਆਪਣੀ ਤੀਵੀਂ ਨੂੰ ਬਚਾਉਣ ਲਈ ਕੀ ਕਰਾਂ? ਮੈਂ ਚੰਗਾ ਮੰਦਾ ਕੁਝ ਨਹੀਂ ਕਿਹਾ। ਗਵਾਹ ਨੇ ਮੈਨੂੰ ਕਿਹਾ ਸੀ, ਜੇ ਮੈਂ ਕਹਾਂ ਕਿ ਮੇਰੇ ਵੱਡੇ ਭਾਈ ਦੇ ਖਾਣਾ ਮੰਗਣ ਤੇ ਜਦ ਨਾ ਮਿਲਿਆ ਤਾਂ ਉਸਨੇ ਗੁੱਸੇ ਵਿੱਚ ਪਾਗਲ ਹੁੰਦਿਆਂ ਪਤਨੀ ਨੂੰ ਮਾਰ ਦਿੱਤਾ, ਤਾਂ ਉਹ ਕੀ ਬਚ ਜਾਏਗੀ? ਮੈਂ ਕਿਹਾ, ਖਬਰਦਾਰ, ਅਦਾਲਤ ਵਿੱਚ ਇੱਕ ਵੀ ਸ਼ਬਦ ਝੂਠ ਨਹੀਂ ਬੋਲਣਾ। ਡਿਪਟੀ ਮੈਜਿਸਟ੍ਰੇਟ ਨੇ ਮਾਮਲਾ ਸੈਸ਼ਨ ਦੇ ਸਪੁਰਦ ਕਰ ਦਿੱਤਾ। ਚੰਦਰੀ ਨੇ ਜੱਜ ਸਾਹਮਣੇ ਕਿਹਾ, ਸਾਹਿਬ, ਇੱਕ ਹੀ ਗੱਲ ਵਾਰ-ਵਾਰ ਹੋਰ ਕਿੰਨੀ ਵਾਰ ਕਹਾਂ? ਜੱਜ ਸਾਹਿਬ ਨੇ ਕਿਹਾ, ਜਿਹੜਾ ਜੁਰਮ ਤੂੰ ਕਬੂਲ ਕਰ ਰਹੀ ਹੈ ਉਸ ਦੀ ਸਜ਼ਾ ਕੀ ਹੈ ਜਾਣਦੀ ਹੈ? ਚੰਦਰੀ ਨੇ ਕਿਹਾ, ਨਹੀਂ। ਸਾਹਿਬ ਬੋਲੇ, ਉਸ ਦੀ ਸਜ਼ਾ ਫਾਂਸੀ ਹੈ। ਚੰਦਰੀ ਬੋਲੀ, ਹਜੂਰ, ਮੈਂ ਤੁਹਾਡੇ ਪੈਰੀ ਪੈਂਦੀ ਹਾਂ, ਮੈਨੂੰ ਉਹੀ ਦੇ ਦਿਓ। ਤੁਸੀਂ ਆਪਣਾ ਜਿਵੇਂ ਮਰਜ਼ੀ ਕਰੋ, ਮੈਂ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਜਦ ਸ਼ਦਾਮ ਨੂੰ ਪੇਸ਼ ਕੀਤਾ ਗਿਆ ਤਾਂ ਚੰਦਰੀ ਨੇ ਮੂੰਹ ਫੇਰ ਲਿਆ। ਜੱਜ ਨੇ ਕਿਹਾ, ਇਹ ਤੇਰਾ ਕੀ ਲੱਗਦਾ ਹੈ? ਦੋਵੇਂ ਹੱਥਾਂ ਨਾਲ ਆਪਣਾ ਮੂੰਹ ਢੱਕਦੀ ਹੋਈ ਬੋਲੀ, ਘਰ ਵਾਲਾ ਲੱਗਦਾ ਹੈ। ਇਹ ਤੈਨੂੰ ਪਿਆਰ ਨਹੀਂ ਕਰਦਾ? ਬੜਾ ਕਰਦਾ ਹੈ। ਤੂੰ ਇਸ ਨੂੰ ਪਿਆਰ ਨਹੀਂ ਕਰਦੀ? ਬਹੁਤ ਕਰਦੀ ਹਾਂ। ਆਪਣੀ ਵਾਰੀ ਆਉਣ ਤੇ ਸ਼ਦਾਮ ਨੇ ਕਿਹਾ, ਕਤਲ ਮੈਂ ਕੀਤਾ ਹੈ। ਕਿਉਂ? ਚੌਲ ਮੰਗੇ ਸੀ, ਭਾਬੀ ਨੇ ਦਿੱਤੇ ਨਹੀਂ। ਗਵਾਹੀ ਦੇਣ ਆਉਂਦਾ ਹੋਇਆ ਦੁਖੀ ਰਾਮ ਬੇਸੁਰਤ ਹੋ ਕੇ ਡਿੱਗ ਗਿਆ। ਹੋਸ਼ ਆਉਂਦਿਆਂ ਹੀ ਉਸਨੇ ਕਿਹਾ, ਹਜੂਰ, ਕਤਲ ਮੈਂ ਕੀਤਾ ਹੈ। ਕਿਉਂ ਕੀਤਾ? ਚੌਲ ਮੰਗੇ ਸੀ, ਉਸਨੇ ਦਿੱਤੇ ਨਹੀਂ। ਬਹਿਸ ਅਤੇ ਗਵਾਹੀਆਂ ਸੁਣ ਕੇ ਜੱਜ ਨੂੰ ਇਹ ਗੱਲ ਸਾਫ਼-ਸਾਫ਼ ਸਮਝ ਆ ਗਈ ਸੀ ਕਿ ਘਰ ਦੀ ਔਰਤ ਨੂੰ ਫਾਂਸੀ ਤੇ ਬੇਇੱਜ਼ਤੀ ਤੋਂ ਬਚਾਉਣ ਲਈ ਦੋਵੇਂ ਭਾਈ ਜੁਰਮ ਕਬੂਲ ਕਰ ਰਹੇ ਹਨ। ਪਰ ਚੰਦਰੀ ਪੁਲਿਸ ਤੋਂ ਲੈ ਕੇ ਸੈਸ਼ਨ ਅਦਾਲਤ ਤੱਕ ਇੱਕ ਹੀ ਰੱਟ ਲਾਉਂਦੀ ਰਹੀ। ਉਸਦੀ ਗੱਲਬਾਤ ਵਿੱਚ ਰੱਤੀ ਭਰ ਵੀ ਫਰਕ ਨਹੀਂ ਆਇਆ। ਜਿਸ ਦਿਨ ਛੋਟੀ ਜਿਹੀ ਉਮਰ ਵਿੱਚ ਇੱਕ ਕਾਲੀ ਕਲੂਟੀ ਕੁੜੀ ਆਪਣਾ ਗੋਲ ਮਟੋਲ ਮੁਖੜਾ ਲਈ ਆਪਣੀ ਖੇਡ ਵਾਲੀ ਗੁੱਡੀ ਨੂੰ ਪਰਾਂ ਸੁੱਟ ਆਪਣੇ ਬਾਪ ਦੇ ਘਰ ਤੋਂ ਸਹੁਰੇ ਘਰ ਆਈ ਸੀ, ਉਸ ਦਿਨ ਰਾਤ ਦੇ ਵਿਆਹ ਦੇ ਸ਼ੁਭ ਮੁਹੂਰਤ ਦੇ ਵਕਤ ਅੱਜ ਦੀ ਇਸ ਗੱਲ ਦੀ ਕਲਪਨਾ ਕੌਣ ਕਰ ਸਕਦਾ ਸੀ? ਉਸ ਦਾ ਬਾਪ ਆਖਰੀ ਸਮੇਂ ਇਹ ਕਹਿ ਕੇ ਨਿਸ਼ਚਿਤ ਹੋ ਗਿਆ ਸੀ, ਚਲੋ ਆਪਣੀ ਧੀ ਤਾਂ ਟਿਕਾਣੇ ਲੱਗ ਗਈ। ਫਾਂਸੀ ਤੋਂ ਪਹਿਲਾਂ ਦਿਆਲੂ ਸਿਵਲ ਸਰਜਨ ਨੇ ਚੰਦਰੀ ਨੂੰ ਪੁੱਛਿਆ, ਕਿਸੇ ਨੂੰ ਮਿਲਣਾ ਚਾਹੁੰਦੀ ਹੈ? ਚੰਦਰੀ ਨੇ ਕਿਹਾ, ਇੱਕ ਵਾਰ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹਾਂ। ਡਾਕਟਰ ਨੇ ਕਿਹਾ, ਤੇਰਾ ਘਰ ਵਾਲਾ ਤੈਨੂੰ ਦੇਖਣਾ ਚਾਹੁੰਦਾ ਹੈ ਕਿ ਉਸ ਨੂੰ ਬੁਲਾਵਾਂ? ਚੰਦਰੀ ਨੇ ਕਿਹਾ, ਮਰਨ ਦਿਓ ਉਹਨੂੰ। ਇਹ ਸੀ ਇੱਕ ਧੀ ਦੀ ਕਹਾਣੀ। ਪਤਾ ਨਹੀਂ ਇੱਕ ਇਨਸਾਨ ਆਪਣੇ ਗੁੱਸੇ 'ਚ ਆ ਕੇ ਕੀ ਕੁਝ ਕਰ ਜਾਂਦਾ ਹੈ, ਪਰ ਇਸ ਦਾ ਅਸਲੀ ਨਤੀਜਾ ਟਾਈਮ ਦੇ ਬਾਅਦ ਹੀ ਪਤਾ ਲੱਗਦਾ ਹੈ। ਸੋ ਦੋਸਤੋ, ਸਹੀ ਸਮਝ ਤੇ ਸੋਚ ਨਾਲ ਜ਼ਿੰਦਗੀ ਬਤੀਤ ਕਰੋ ਤੇ ਖੁਸ਼ ਰਹੋ। ਧੰਨਵਾਦ ਜੀ। ਜੇਕਰ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਕਰਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਇੱਕ ਸਬਸਕ੍ਰਾਈਬ ਤੇ ਲਾਈਕ ਸਾਨੂੰ ਹੋਰ ਵੀਡੀਓਜ਼ ਬਣਾਉਣ ਲਈ ਮੋਟੀਵੇਟ ਕਰਦਾ। ਧੰਨਵਾਦ।